10th ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡੀਅਰ ਸਟੂਡੈਂਟਸ, ਮਾਈ ਸੈਲਫ ਸੁਨੀਲ ਕੁਮਾਰ, ਯੂਅਰ ਇੰਗਲਿਸ਼ ਟੀਚਰ। ਪਿਆਰੇ ਬੱਚਿਓ, ਅੱਜ ਆਪਾਂ ਤੁਹਾਡੇ ਸਿਲੇਬਸ ਦੇ ਵਿੱਚ ਪੋਇਮ ਨੰਬਰ 3 ਏ ਬੈਲਡ ਆਫ ਸਰ ਪ੍ਰਤਾਪ ਸਿੰਘ ਇਹ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਬੇਟੇ, ਪੋਇਮਸ ਦੇ ਵਿੱਚ ਆਪਾਂ ਜਿਹੜਾ ਬੈਲਡ ਦਾ ਮਤਲਬ ਕੀ ਹੁੰਦਾ ਹੈ? ਬੈਲਡ ਦਾ ਮਤਲਬ ਹੁੰਦਾ ਬੇਟੇ ਇੱਕ ਗੀਤ, ਕਵਿਤਾ ਦੇ ਰੂਪ ਵਿੱਚ ਕੋਈ ਗੀਤ। ਕਵਿਤਾ ਜਿਹੜੀ ਕਿ ਇੱਕ ਛੋਟੀ ਹੁੰਦੀ ਹੈ, ਪਰ ਬੈਲਡ ਜਿਹੜਾ ਕੀ ਹੈ ਇੱਕ ਲੰਬਾ ਗੀਤ ਹੁੰਦਾ ਹੈ ਕਵਿਤਾ ਦੇ ਰੂਪ ਵਿੱਚ। ਬੇਟੇ ਇਹ ਫਰਕ ਹੁੰਦਾ ਹੈ। ਤਾਂ ਇਹ ਪੋਇਮ ਬੇਟੇ ਲਿਖੀ ਗਈ ਹੈ ਸਰ ਹੈਨਰੀ ਨਿਊਬੋਲਟ। ਇਸ ਪੋਇਮ ਦਾ ਜਿਹੜਾ ਰਾਈਟਰ ਹੈ ਸਰ ਹੈਨਰੀ ਨਿਊਬੋਲਟ। ਤਾਂ ਬੇਟੇ ਪੋਇਮ ਕਿਸ ਦੇ ਬਾਰੇ ਦੱਸਦੀ ਹੈ? ਦਾ ਪ੍ਰੈਜ਼ੈਂਟ ਪੋਇਮ ਐਕਸਪੋਜ਼ਸ ਐਂਡ ਅਟੈਕਸ ਦਾ ਟਾਇਰਾਨੀ ਆਫ ਕਾਸਟ ਸਿਸਟਮ ਇਨ ਇੰਡੀਆ and asserts that a man's caste is determined not by his birth but by his actions. Men of noble heart, irrespective of their birth, belong to one caste. ਤਾਂ ਕੀ ਬੇਟੇ ਦੱਸਦੇ ਹੈ ਉਹਨੇ ਕਿ ਜਿਹੜੀ ਕਿ ਇੰਡੀਆ ਦੇ ਵਿੱਚ ਜਾਤੀ ਪ੍ਰਥਾ 'ਤੇ ਇੱਕ ਸਖਤ ਚੋਟ ਕੀਤੀ ਹੈ, ਔਰ ਇਹ ਦੱਸਦੀ ਹੈ ਕਿ ਜਿਹੜੀ ਆਪਣੀ ਜਾਤੀ ਹੈ ਉਹ ਕੀ ਹੈ, ਆਪਣੇ ਜਿਹੜੇ ਜਨਮ ਤੋਂ ਨਹੀਂ ਆਪਾਂ ਉਸ ਨੂੰ ਕਿਆਸ ਲਗਾ ਸਕਦੇ, ਬਲਕਿ ਆਪਾਂ ਆਪਦੇ ਕਰਮ ਤੋਂ ਜੋ ਆਪਾਂ ਕੰਮ ਕਰਦੇ ਹਾਂ ਉਸ ਦੇ ਆਧਾਰ 'ਤੇ ਜਿਹੜਾ ਆਪਾਂ ਦੱਸ ਸਕਦੇ ਹਾਂ ਕਿ ਕਿਸ ਵਿਅਕਤੀ ਦੀ ਜਿਹੜੀ ਹੈ ਇਹ ਜਾਤੀ ਕਿਸ ਤਰ੍ਹਾਂ ਦੀ ਹੈ। ਮੈਨ ਆਫ ਨੋਬਲ ਹਾਰਟ ਇਰਸਪੈਕਟਿਵ ਆਫ ਦੇਅਰ ਬਰਥ ਬਿਲੋਂਗ ਟੂ ਵਨ ਕਾਸਟ। ਔਰ ਸਾਰੇ ਹੀ ਜਿਹੜੇ ਕੀ ਹੈ ਨੋਬਲ ਹਾਰਟ, ਜਿਹੜੇ ਦਿਆਲੂ ਦਿਲ ਨੇ ਜਾਂ ਦਇਆ ਭਾਵਨਾ ਰੱਖਣ ਵਾਲੇ ਦਿਲ ਨੇ, ਉਹ ਸਾਰੇ ਕੀ ਹੈ ਇੱਕ ਹੀ ਜਾਤੀ ਨਾਲ ਸੰਬੰਧ ਰੱਖਦੇ ਨੇ, ਭਾਵੇਂ ਉਹਨਾਂ ਦਾ ਜਨਮ ਕਿਸੇ ਵੀ ਜਗ੍ਹਾ 'ਤੇ ਹੋਇਆ ਹੋਵੇ। ਇਹ ਟਰੂ ਸੋਲਜਰ ਇਜ਼ ਰਿਲੇਟਡ ਟੂ ਆਲ ਦਾ ਸੋਲਜਰਸ ਆਫ ਦਾ ਵਰਲਡ। ਔਰ ਕੀ ਹੈ, ਇੱਕ ਸੱਚਾ ਜਿਹੜਾ ਸੈਨਿਕ ਹੈ ਉਹ ਕੀ ਹੈ ਸੰਸਾਰ ਦੇ ਸਾਰੇ ਸੱਚੇ ਸੈਨਿਕਾਂ ਦੇ ਨਾਲ ਜਿਹੜਾ ਸੰਬੰਧ ਰੱਖਦਾ ਹੈ। ਹੀ ਸ਼ੇਅਰਸ ਏ ਕਾਮਨ ਬੌਂਡ ਆਫ ਵੈਲਰ, ਕਰੇਜ ਐਂਡ ਬ੍ਰਦਰਹੁੱਡ ਵਿਦ ਆਲ ਦਾ ਸੋਲਜਰਸ। ਤਾਂ ਉਹ ਸਾਰੇ ਹੀ ਜਿਹੜੇ ਜਿੰਨੇ ਵੀ ਜਿਹੜੇ ਸੋਲਜਰਸ ਨੇ, ਜੋ ਜਿੰਨੇ ਸਿਪਾਹੀ ਨੇ, ਜਿੰਨੇ ਯੋਧਾ ਨੇ, ਉਹ ਸਾਰਿਆਂ ਦੇ ਵਿੱਚ ਉਹਨਾਂ ਦਾ ਜਿਹੜਾ ਕੀ ਹੈ ਹੌਸਲਾ ਹੈ, ਉਹਨਾਂ ਦੇ ਪ੍ਰਾਤਰੀ ਭਾਵ ਹੈ, ਔਰ ਉਹਨਾਂ ਦੇ ਜੋ ਤਿਆਗ ਭਾਵਨਾ ਹੈ, ਉਹ ਸਭ ਕੁਛ ਉਹ ਸਭ ਦਾ ਜਿਹੜਾ ਇੱਕ ਉਹਨਾਂ ਦੇ ਵਿੱਚ ਆਪਸੀ ਸੰਬੰਧ ਹੁੰਦਾ ਹੈ, ਇੱਕ ਕਾਮਨ ਬੌਂਡ ਹੁੰਦਾ ਹੈ। ਤਾਂ ਇਸ ਪੋਇਮ ਦੇ ਵਿੱਚ ਆਪਾਂ ਜਿਹੜਾ ਇਸ ਦੀ ਟਰਾਂਸਲੇਸ਼ਨ ਬੇਟੇ ਕਰਦੇ ਹਾਂ। ਇਨ ਦਾ ਫਸਟ ਈਅਰ ਆਫ ਹਿਮ ਦੈਟ ਫਸਟ ਵਾਜ਼ ਐਂਪਰਰ ਐਂਡ ਕਿੰਗ। ਤਾਂ ਕੀ ਸੀ, ਇਹ ਰਾਈਡਰ ਕੇਮ ਟੂ ਦਾ ਰੋਜ਼ ਰੈੱਡ ਹਾਊਸ, ਦਾ ਹਾਊਸ ਆਫ ਪ੍ਰਤਾਪ ਸਿੰਘ। ਤਾਂ ਕੀ ਹੈ, ਉਸ ਨੂੰ ਸਮਰਾਟ ਅਤੇ ਰਾਜਾ ਬਣੇ ਅਜੇ ਪਹਿਲਾ ਹੀ ਸਾਲ ਚੱਲ ਰਿਹਾ ਸੀ। ਤਾਂ ਪਹਿਲਾ ਹੀ ਸਾਲ ਚੱਲ ਰਿਹਾ ਸੀ। ਇਨ ਦਾ ਫਸਟ ਈਅਰ ਆਫ ਹਿਮ ਦੈਟ ਫਸਟ ਵਾਜ਼ ਐਂਪਰਰ ਐਂਡ ਕਿੰਗ, ਇਹ ਰਾਈਡਰ ਕੇਮ ਟੂ ਦਾ ਰੋਜ਼ ਰੈੱਡ ਹਾਊਸ। ਤਾਂ ਉਹ ਰੋਜ਼ ਰੈੱਡ ਹਾਊਸ ਨਾਂ ਦੇ ਜਿਹੜੇ ਕੀ ਹੈ ਇੱਕ ਜਿਹੜੇ ਕਿ ਕਿਲ੍ਹੇ ਦੇ ਵਿੱਚ, ਮਹਿਲ ਦੇ ਵਿੱਚ ਕੌਣ ਰਹਿ ਰਿਹਾ ਹੁੰਦਾ ਹੈ, ਚੱਲ ਰਿਹਾ ਹੁੰਦਾ ਹੈ, ਜਦੋਂ ਕਿ ਘੁੜਸਵਾਰ ਪ੍ਰਤਾਪ ਸਿੰਘ ਦੇ ਲਾਲ ਗੁਲਾਬੀ ਮਹਿਲ ਨੂੰ ਆਇਆ। ਇੱਕ ਘੁੜਸਵਾਰ ਕੀ ਹੈ ਉਹ ਰੋਜ਼ ਰੈੱਡ ਹਾਊਸ, ਜਿਹੜਾ ਕਿ ਲਾਲ ਅਤੇ ਗੁਲਾਬੀ ਰੰਗ ਦਾ ਜਿਹੜਾ ਮਹਿਲ ਸੀ ਪ੍ਰਤਾਪ ਸਿੰਘ ਦਾ, ਉਸ ਦੇ ਵਿੱਚ ਆਇਆ ਜੰਗ। ਹੀ ਵਾਜ਼ ਐਨ ਇੰਗਲਿਸ਼ਮੈਨ। ਕੀ ਸੀ ਉਹ? ਘੁੜਸਵਾਰ ਸੀ, ਜਵਾਨ ਸੀ ਅਤੇ ਇੱਕ ਅੰਗਰੇਜ਼ ਸੀ। ਐਂਡ ਏ ਸੋਲਜਰ ਹਿਲਟ ਐਂਡ ਹੀਲ। ਤਾਂ ਉਸ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਪੂਰਨ ਸਿਪਾਹੀ ਸੀ। ਤਾਂ ਐਂਡ ਹੀ ਸਟਰਕ ਫਾਇਰ ਇਨ ਪ੍ਰਤਾਪਸ ਹਾਰਟ ਐਜ਼ ਦਾ ਸਟੀਲ ਸਟਰਾਈਕਸ ਔਨ ਸਟੀਲ। ਤਾਂ ਉਸਨੇ ਕੀ ਸੀ, ਉਸਨੂੰ ਵੇਖ ਕੇ ਪ੍ਰਤਾਪ ਦੇ ਕੀ ਸੀ, ਦਿਲ ਦੇ ਵਿੱਚ ਜਿਹੜਾ ਕਿ ਇੱਕ ਜਵਾਲਾ ਉੱਠੀ, ਜਿਵੇਂ ਫੌਲਾਦ ਨਾਲ ਫੌਲਾਦ ਦੇ ਟਕਰਾਉਣ ਨਾਲ, ਸਟੀਲ ਦੇ ਨਾਲ ਸਟੀਲ ਦੇ ਟਕਰਾਉਣ ਦੇ ਨਾਲ ਨਿਕਲਦੀ ਹੈ। ਅੱਗੇ ਕੀ ਹੈ, ਬੀਨੀਥ ਦਾ ਮੋਰਨਿੰਗ ਸਟਾਰਸ ਦੇ ਰੋਡ ਨੀਥ ਦਾ ਈਵਨਿੰਗ ਸਨ। ਕੀ ਹੈ, ਉਹ ਸਵੇਰੇ ਵੇਲੇ ਤਾਰਿਆਂ ਦੀ ਛਾਂ ਹੇਠ ਇਕੱਠੇ ਘੋੜਸਵਾਰੀ ਕਰਦੇ ਸਨ। ਬਟ ਦੇਅਰ ਬਲੱਡ ਸੈਂਗ ਦੈਟ ਆਫ ਆਲ ਦੇਅਰ ਲਵਸ ਦੇ ਲਵਡ ਏ ਸੋਲਜਰ ਬੈਸਟ। ਤਾਂ ਕੀ ਸੀ, ਸ਼ਾਮ ਨੂੰ ਸੂਰਜ ਡੁੱਬਣ ਦੇ ਵੇਲੇ ਵੀ ਉਹ ਇਕੱਠੇ ਘੁੜਸਵਾਰੀ ਕਰਦੇ ਸਨ, ਅਤੇ ਜਦੋਂ ਘੁੜਸਵਾਰੀ ਕਰ ਰਹੇ ਹੁੰਦੇ ਸਨ ਤਾਂ ਆਪਣੇ ਖੂਨ ਵਿੱਚ ਉਹਨਾਂ ਦੇ ਇਹੋ ਸੰਗੀਤ ਸੁਣਾਈ ਦਿੰਦਾ ਸੀ। ਐਂਡ ਦੇ ਬਲੱਡ ਸੈਂਗ ਦੈਮ ਐਜ਼ ਦੇ ਰੋਡ ਦੈਟ ਆਲ ਗੁੱਡ ਵਾਰਸ ਆਰ ਵਨ। ਇਹ ਗੀਤ ਸੁਣਾਈ ਦਿੰਦਾ ਸੀ ਕਿ ਸਾਰੀਆਂ ਹੀ ਲੜਾਈਆਂ, ਜਿਹੜੀਆਂ ਲੜੀਆਂ ਜਾਣ ਵਾਲੀਆਂ ਲੜਾਈਆਂ ਇੱਕੋ ਜਿਹੀਆਂ ਹੁੰਦੀਆਂ ਹਨ। ਦੇ ਟੋਲਡ ਦੇਅਰ ਟੇਲਸ ਆਫ ਲਵ ਆਫ ਵੂਮੈਨ। ਤਾਂ ਕੀ ਹੈ
ਉਹ ਇੱਕ ਦੂਜੇ ਨੂੰ ਆਪਣੇ ਪਿਆਰ ਦੀਆਂ ਕਹਾਣੀਆਂ ਸੁਣਾਉਂਦੇ ਹਨ। ਦੇਅਰ ਟੇਲਸ ਆਫ ਈਸਟ ਐਂਡ ਵੈਸਟ, ਉਹ ਪੂਰਬੀ ਅਤੇ ਪੱਛਮੀ ਦੇਸ਼ਾਂ ਬਾਰੇ ਕਹਾਣੀਆਂ ਸੁਣਾਉਂਦੇ ਹਨ। ਬਟ ਦੇਅਰ ਬਲੱਡ ਸੈਂਗ ਦੈਟ ਆਫ ਆਲ ਦੇਅਰ ਲਵਸ ਦੇ ਲਵਡ ਏ ਸੋਲਜਰ ਬੈਸਟ। ਤਾਂ ਕੀ ਹੈ, ਪਰੰਤੂ ਉਹਨਾਂ ਦੇ ਖੂਨ ਅਰਥਾਤ ਦਿਲ ਤੋਂ ਇੱਕੋ ਸੰਗੀਤਮਈ ਆਵਾਜ਼ ਆਉਂਦੀ ਹੈ ਕਿ ਉਹ ਸਭ ਤੋਂ ਵੱਧ ਇੱਕ ਸੈਨਿਕ ਨਾਲ ਹੀ ਪਿਆਰ ਕਰਦੇ ਹਨ। So ran their joy the allotted days till at the last days and the shadow still the rose red house and the heart of the Pratap friend. When the morning came in narrow chest the soldier's face they hid and over his fast determining eyes shut down the narrow lid. There were there of his race and creed three one and no one. They could not find a bear to dead a fourth in all Jodhpur. ਤਾਂ ਕੀ ਹੈ ਬੇਟੇ, ਇਸ ਤਰ੍ਹਾਂ ਉਹਨਾਂ ਦੀ ਖੁਸ਼ੀ ਭਰਿਆ ਜੀਵਨ ਮਿੱਥੇ ਦਿਨਾਂ ਤੱਕ ਚੱਲਦਾ ਹੈ। ਅੰਤ ਵਿੱਚ ਮੌਤ ਦੇ ਪਛਤਾਵੇ ਦੇ ਜਿਹੜੇ ਨਾਲ ਗੁਲਾਬ ਵਾਂਗ ਲਾਲ ਮਹਲ ਦੀ ਜਿਹੜਾ ਕੀ ਹੈ ਪ੍ਰਤਾਪ ਦੇ ਮਿੱਤਰ ਦੇ ਦਿਲ ਨੂੰ ਵੀ ਜਿਹੜਾ ਕੀ ਹੈ ਅੰਗਰੇਜ਼ ਜਿਹੜੀ ਉਸ ਦਾ ਮਿੱਤਰ ਹੁੰਦਾ ਹੈ ਉਸ ਦੀ ਮੌਤ ਹੋ ਜਾਂਦੀ ਹੈ। ਜਦ ਸਵੇਰ ਹੋਈ ਤਾਂ ਉਹ ਇੱਕ ਜਿਹੜੇ ਤੰਗ ਜਿਹੇ ਬਕਸੇ ਜਿਹਨੂੰ ਤਬੂਤ ਕਹਿੰਦੇ ਆ ਵਿੱਚ ਉਸ ਸੈਨਿਕ ਦੇ ਚਿਹਰੇ ਨੂੰ ਛੁਪਾ ਦਿੱਤਾ ਅਤੇ ਉਸ ਦੀਆਂ ਡੂੰਘੇ ਸੁਪਨੇ ਨਾਲ ਭਰੀਆਂ ਅੱਖਾਂ ਉੱਪਰ ਤਬੂਤ ਦੇ ਤੰਗ ਜਿਹੜਾ ਢੱਕਣ ਬੰਦ ਕਰ ਦਿੱਤਾ। ਤਾਂ ਅੱਗੇ ਕੀ ਹੈ, ਉੱਥੇ ਉਸ ਦੀ ਆਪਣੀ ਕੌਮ ਅਤੇ ਜਾਤੀ ਦੇ 3 ਵਿਅਕਤੀ ਸਨ। ਉਹ ਕੇਵਲ 3 ਹੀ ਸਨ ਅਤੇ ਹੋਰ ਕੋਈ ਨਹੀਂ ਸੀ। ਅਰਥੀ ਨੂੰ ਚੁੱਕਣ ਲਈ ਪੂਰੇ ਜੋਧਪੁਰ ਵਿੱਚ ਉਸ ਨੂੰ ਕੋਈ ਚੌਥਾ ਆਦਮੀ ਨਾ ਮਿਲਿਆ। ਉਹ ਮਹਾਰਾਜ of your good race send us a sweeper here. A sweeper has no caste to lose even by the alien beer. ਤਾਂ ਕੀ ਕਹਿੰਦਾ ਹੈ, ਉਹ ਮਹਾਰਾਜ ਤੁਹਾਡੀ ਬਹੁਤ ਕਿਰਪਾ ਹੋਵੇਗੀ ਜੇ ਤੁਸੀਂ ਸਾਡੇ ਲਈ ਇੱਥੋਂ ਇੱਕ ਮਿਹਰ ਜਿਹੜਾ ਕੀ ਹੈ ਸਵੀਪਰ ਭੇਜ ਦਿਓ। ਸਵੀਪਰ ਦਾ ਸਫਾਈ ਕਰਨ ਵਾਲਾ, ਇੱਕ ਜਿਹੜਾ ਸਫਾਈ ਕਰਨ ਵਾਲਾ ਹੁੰਦਾ ਹੈ ਉਸ ਦੀ ਜਾਤ ਭ੍ਰਸ਼ਟ ਨਹੀਂ ਹੋ ਸਕਦੀ ਭਾਵੇਂ ਉਹ ਕਿਸੇ ਵਿਦੇਸ਼ੀ ਦੀ ਜਿਹੜਾ ਅਰਥੀ ਨੂੰ ਮੋਢਾ ਕਿਉਂ ਨਾ ਦੇਵੇ। ਬੀਅਰ ਹੁੰਦਾ ਬੇਟੇ ਅਰਥੀ, ਕਿਸੇ ਦੀ ਜਿਹੜੀ ਅਰਥੀ ਨੂੰ ਆਪਾਂ ਦੇਣਾ। what need ਸਰ ਪ੍ਰਤਾਪ ਸਿੰਘ and bowed his princely head. I have no caste for I myself and am bearing forth the dead. O Maharaj, O passionate heart, be wise, bethink you yet that which you lose today is lost till the last sun shall set. ਤਾਂ ਕਹਿੰਦਾ ਕੀ ਕਹਿੰਦੇ ਨੇ, ਇਸ ਦੀ ਲੋੜ ਨਹੀਂ, ਕੀ ਲੋੜ ਹੈ? ਪ੍ਰਤਾਪ ਸਿੰਘ ਨੇ ਕਿਹਾ। ਇਹ ਕਹਿੰਦਾ ਉਸਨੇ ਆਪਣਾ ਜਿਹੜਾ ਸ਼ਾਹੀ ਸਿਰ ਝੁਕਾਇਆ ਅਤੇ ਫਿਰ ਕਿਹਾ ਮੇਰੀ ਕੋਈ ਜਾਤ ਨਹੀਂ ਹੈ ਕਿਉਂ ਮੈਂ ਖੁਦ ਮ੍ਰਿਤਕ ਦੇ ਮੋਢਾ ਦੇਣ ਜਾ ਰਿਹਾ ਹਾਂ। ਤਾਂ ਉਹ ਮਹਾਰਾਜ ਉਹ ਦਇਆ ਦੇ ਸਾਗਰ, ਬੁੱਧੀ ਤੋਂ ਕੰਮ ਲਵੋ, ਅਜੇ ਵੀ ਤੁਸੀਂ ਵਿਚਾਰ ਕਰ ਲਵੋ। ਜੋ ਤੁਸੀਂ ਅੱਜ ਗਵਾ ਦਿਓਗੇ ਉਹ ਆਖਰੀ ਸੂਰਜ ਦੇ ਡੁੱਬਣ ਤੱਕ ਗਵਾ ਬੈਠੋਗੇ। ਅੱਗੇ ਬੇਟੇ, God only knows, said Pratap, that which I lose today, and without me no hand of man shall bear my friend away. ਤਾਂ ਕੀ ਹੈ, ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਤਾਂ ਕੇਵਲ ਰੱਬ ਹੀ ਜਾਣਦਾ ਹੈ ਕਿ ਮੈਂ ਅੱਜ ਕੀ ਗਵਾ ਬੈਠਾ ਅਤੇ ਮੇਰੇ ਤੋਂ ਇਲਾਵਾ ਕਿਸੇ ਦੀ ਵਿਅਕਤੀ ਦਾ ਹੱਥ ਮੇਰੇ ਮਿੱਤਰ ਨੂੰ ਚੁੱਕ ਕੇ ਨਹੀਂ ਲਿਜਾਵੇਗਾ। Stately at Sholo and shoulder high in the high of the all Jodhpur the dead went down the rose red step upheld by the bearers forth. When dawn relit the lamp of the grief within the burning east, there came a word of Pratap Singh, the soft word of the priest. He woke, and even as he woke, he went forth all in white and saw a Brahmin bowing there in the hard morning light. Alas, O Maharaj, alas, a noble Pratap Singh, for there in Jodhpur yesterday befell a ਜਿਹੜਾ fearful thing. Oh, here Jodhpur yesterday a fearful thing befell. A fearful thing, said Pratap Singh, God and my heart know well. I lost a friend more fearful yet, when down the steps you passed in sight of all Jodhpur you lost, O Maharaj, your caste. Then leaped the light in Pratap's eye as the flame leap in smoke. The priest the soul hath never knows the word the lips they have spoke. My caste knows you, there is a caste above my caste of thing. Brahmins and Rajput are but dust to all the immortal line. Wide as the word, free as their air, pure as the pool of the death. The caste of all arts, noble hearts, is a right soldier's faith. ਤਾਂ ਕੀ ਹੈ, ਜਦੋਂ ਉਹ ਆਪਣੇ ਮਿੱਤਰ ਦੀ ਅਰਥੀ ਚੁੱਕ ਕੇ ਖੁਦ ਅੱਗੇ ਲਿਜਾਣ ਲੱਗਦਾ ਹੈ ਤਾਂ ਅੱਗੇ ਕੀ ਹੁੰਦਾ ਹੈ, ਉਸਨੇ ਕਿਸ ਦੀ ਪ੍ਰਵਾਹ ਕੀਤੇ ਬਿਨਾਂ ਲੋਕ ਕੀ ਕਹਿ ਰਹੇ ਹਨ, ਉਹ ਅਰਥੀ ਚੁੱਕਣ ਵਾਲਾ ਚੌਥਾ ਆਦਮੀ ਬਣ ਗਿਆ। ਉਹ ਪੂਰੇ ਜੋਧਪੁਰ ਦੀਆਂ ਨਜ਼ਰਾਂ ਦੇ ਸਾਹਮਣੇ ਆਪਣੇ ਮਿੱਤਰ ਦੀ ਅਰਥੀ ਚੁੱਕ ਕੇ ਲੈ ਗਿਆ। ਤਾਂ ਅਗਲੀ ਸਵੇਰ ਨੂੰ ਕੁਝ ਬ੍ਰਾਹਮਣ ਪ੍ਰਤਾਪ ਸਿੰਘ ਕੋਲ ਆਏ। ਉਹਨਾਂ ਨੇ ਉਸ ਨੂੰ ਦੱਸਿਆ ਕਿ ਇਹ ਬਹੁਤ ਭਿਆਨਕ ਗੱਲ ਹੋ ਗਈ। ਰਾਜੇ ਨੇ ਜੋ ਕੀਤਾ
ਸੀ, ਉਸ ਕਾਰਨ ਉਹ ਆਪਣੀ ਜਾਤੀ ਗਵਾ ਬੈਠਾ ਸੀ। ਇਹ ਸੁਣ ਕੇ ਰਾਜਾ ਕ੍ਰੋਧ ਨਾਲ ਭਰ ਗਿਆ। ਉਸਨੇ ਕਿਹਾ ਕਿ ਉਸ ਦੀ ਜਾਤੀ ਕਿਸੇ ਬ੍ਰਾਹਮਣ ਜਾਂ ਰਾਜਪੂਤ ਦੀ ਜਾਤੀ ਨਾਲੋਂ ਜ਼ਿਆਦਾ ਉੱਚੀ ਸੀ। ਇਹ ਕਦੀ ਨਾ ਮਿਟ ਸਕਣ ਵਾਲੀ ਸੀ। ਇਹ ਸੰਸਾਰ ਜਿੰਨਾ ਵਿਸ਼ਾਲ, ਹਵਾ ਜਿੰਨੀ ਸੁਤੰਤਰ ਅਤੇ ਮੌਤ ਦੇ ਸਰੋਵਰ ਜਿੰਨੀ ਸ਼ੁੱਧ ਸੀ। ਇਹ ਸਭ ਤੋਂ ਸੱਚੇ ਦਿਲ ਵਾਲੇ ਵਿਅਕਤੀ ਦੀ ਜਾਤੀ ਸੀ। ਇਹ ਇੱਕ ਸੱਚੇ ਸੈਨਿਕ ਦੀ ਜਾਤੀ ਸੀ। ਸਰ ਪ੍ਰਤਾਪ ਸਿੰਘ ਨੂੰ ਇਸ ਦੇ ਗਵਾਚ ਜਾਣ ਦਾ ਕੋਈ ਡਰ ਨਹੀਂ ਸੀ। ਤਾਂ ਬੇਟੇ ਇਹ ਕੀ ਹੈ, ਜਿਹੜੀ ਪੋਇਮ ਸੀ ਉਹਦਾ ਜਿਹੜਾ ਇੱਕ ਆਪਾਂ ਸਟੋਰੀ ਪੜ੍ਹੀ ਹੈ। ਇਟ ਇਜ਼ ਰਿਟਨ ਬਾਈ ਸਰ ਹੈਨਰੀ ਨਿਊਬੋਲਟ। ਸਰ ਹੈਨਰੀ ਨਿਊਬੋਲਟ 1862 ਤੋਂ 1938 ਵਾਜ ਏ ਫੇਮਸ ਬ੍ਰਿਟਿਸ਼ ਪੋਇਟ। ਕੀ ਹੈ, ਜਿਹੜਾ ਕਿ ਬ੍ਰਿਟਿਸ਼ ਦਾ ਇੱਕ ਬਹੁਤ ਹੀ ਜਿਹੜਾ ਪ੍ਰਸਿੱਧ ਕਵੀ ਹੋਇਆ ਹੈ, ਨੋਵਲਿਸਟ ਹੋਇਆ ਹੈ ਔਰ ਬਰਿਸਟਰ ਜਿਹੜਾ ਵਕੀਲ ਹੋਇਆ ਹੈ। ਬੋਰਨ ਇਨ ਬਲਿਸਟਨ, ਨਿਊਬੋਲਟ ਵਾਜ ਐਜੂਕੇਟਡ ਇਨ ਕੋਰਪਸ ਕ੍ਰਿਸਟ ਕਾਲਜ ਆਫ ਆਕਸਫੋਰਡ। ਬੇਟੇ ਉਹਦੀ ਅੱਗੇ ਐਜੂਕੇਸ਼ਨ ਬਾਰੇ ਦੱਸਿਆ ਗਿਆ ਹੈ। ਕੱਲ੍ਹ ਆਪਾਂ ਇਸ ਦੀ ਜਿਹੜੀ ਸਮਰੀ ਔਰ ਇਸ ਦੇ ਨਾਲ ਸੰਬੰਧਿਤ ਜਿਹੜੇ ਕੁਐਸਚਨ ਕਰਾਂਗੇ। ਥੈਂਕ ਯੂ ਵੈਰੀ ਮਚ।